ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦਿਨ ਕੀ ਗੋਦ ਦਾ ਆਨੰਦ ਮਾਣ ਰਹੀ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਡਭਾਗੀ ਹਾਂ ਜੋ ਸਤਿਗੁਰ ਨੇ ਕਿਰਪਾ ਕੀਤੀ ਆਪਣੇ ਸਾਰੇ ਪਰਿਵਾਰ 'ਤੇ। ਹਰ ਸ਼ਨੀਵਾਰ ਦੀ ਤਰ੍ਹਾਂ ਸਾਰਾ ਪਰਿਵਾਰ ਜੁੜ ਬੈਠੇ ਆ। ਸਤਿਗੁਰ ਦੀ ਕੀਰਤੀ ਦੇ ਰਾਹੀਂ ਗੁਰਮੁਖਾਂ ਨੇ ਆਪਾਂ ਨੂੰ ਸਤਿਗੁਰ ਦੀ ਬਾਣੀ ਦਾ ਗਿਆਨ ਜੋ ਸਾਡੇ ਭਲੇ ਵਾਸਤੇ ਅਸੀਂ ਆਪਣੇ ਜੀਵਨ ਦਾ ਲਾਹਾ ਕਿਸ ਤਰ੍ਹਾਂ ਖੱਟਣਾ, ਇਸ ਦਾ ਗਿਆਨ ਆਪਾਂ ਨੂੰ ਗੁਰਮੁਖ ਜਨ ਸਮਝਾ ਰਹੇ ਸੀ। ਸਤਿਗੁਰ ਦੀ ਕਿਰਪਾ ਜੋ ਆਪਾਂ ਨੂੰ ਉਹਨਾਂ ਹੁਕਮ ਕਰ ਰਹੇ ਨੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਹੇ। ਸਾਨੂੰ ਸਮਝਾ ਰਹੇ ਕਿ ਆਪਣੇ ਮਨ ਵਿੱਚ ਦੁਬਿਧਾ ਨਹੀਂ ਰੱਖਣੀ, ਈਰਖਾ ਨਹੀਂ ਰੱਖਣੀ। ਜੇ ਮਨ ਦੇ ਵਿੱਚ ਦੁਬਿਧਾ ਹੈ, ਜੇ ਮਨ ਦੇ ਵਿੱਚ ਈਰਖਾ ਹੈ, ਜਿਹਦੇ ਨਾਲ ਉਸ ਨਾਲ ਬੈਠ ਕੇ ਸ਼ਬਦ ਦਾ ਅਭਿਆਸ ਕਰਕੇ ਇਸ ਮਾਰਗ 'ਤੇ ਚੱਲ ਕੇ ਇਸ ਨੂੰ ਦੂਰ ਕਰ ਲਓ। ਕਿਉਂਕਿ ਮਹਾਂਪੁਰਖਾਂ ਨੇ ਆਪਾਂ ਨੂੰ ਸਤਿਗੁਰ ਦੀ ਬਾਣੀ ਰਾਹੀਂ ਗਿਆਨ ਦਿੱਤਾ। ਜੇ ਸਾਡੇ ਮਨ ਦੇ ਵਿੱਚ ਇਹ ਦੁਬਿਧਾ ਆ ਗਈ, ਈਰਖਾ ਆ ਗਈ, ਤੇ ਆਪਾਂ ਨੂੰ ਸਮਝਾਇਆ, ਇਸ ਨੂੰ ਬੌਰੀ ਕਿਹਾ, ਕਮਲੀ ਕਿਹਾ। ਜਦੋਂ ਆਪਾਂ ਇਸ ਨਾਲ ਜੁੜ ਜਾਂਦੇ ਹਾਂ, ਇਹ ਸਾਡੇ ਮਨ ਨੂੰ ਵੀ ਬੌਰਿਆਂ ਕਰ ਦਿੰਦੇ, ਕਮਲਿਆਂ ਕਰ ਦਿੰਦੇ। ਜਿਹੜਾ ਉਹਨਾਂ ਨੇ ਆਪਾਂ ਨੂੰ ਵਾਰ-ਵਾਰ ਦ੍ਰਿੜ ਕਰਾਇਆ, ਦੁਬਿਧਾ ਬੌਰੀ ਮਨ ਬੌਰਾਇਆ। ਜਿਹੜਾ ਵੀ ਇਸ ਨਾਲ ਲੱਗ ਗਿਆ ਉਹਨੇ ਬੌਰਿਆਂ ਹੋ ਜਾਣਾ, ਕਮਲਿਆਂ ਹੋ ਜਾਣਾ। ਜਿਹੜਾ ਵੀ ਇਸ ਨਾਲ ਜੁੜ ਗਿਆ ਉਸਨੂੰ ਆਪਣੇ ਆਪ ਦੀ ਸੋਝੀ ਨਹੀਂ ਆਉਣੀ, ਆਪਣੇ ਆਪ ਦਾ ਗਿਆਨ ਨਹੀਂ ਆਉਣਾ। ਇਹ ਮਾਨਸ ਜਨਮ ਸਾਨੂੰ ਪ੍ਰਾਪਤ ਹੋਇਆ 84 ਲੱਖ ਤੋਂ ਉੱਤਮ। ਮਾਲਿਕ ਨਿਰੰਕਾਰ ਨੇ ਵਡਿਆਈ ਬਖਸ਼ਿਸ਼ ਕੀਤੀ ਹੈ। ਅਤੇ ਮਹਾਰਾਜ ਸਮਝਾਉਂਦੇ ਆ, ਜਿੰਨਾ ਚਿਰ ਤੁਸੀਂ ਆਪਣੇ ਅੰਦਰੋਂ ਇਸ ਨੂੰ ਖਤਮ ਨਹੀਂ ਕਰਦੇ, ਤੁਹਾਨੂੰ ਗਿਆਨ ਨਹੀਂ ਆ ਸਕਦਾ, ਸੋਝੀ ਨਹੀਂ ਆ ਸਕਦੀ। ਮਹਾਰਾਜ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ, ਕਹਿੰਦੇ ਇਸ ਮਾਰੀ ਬਿਨ ਗਿਆਨ ਨਾ ਹੋਈ। ਜੇ ਆਪਣੇ ਅੰਦਰੋਂ ਇਸ ਨੂੰ ਖਤਮ ਨਹੀਂ ਕਰਦੇ, ਨਹੀਂ ਸ਼ਬਦ ਦਾ ਅਭਿਆਸ ਕਰਦੇ, ਸਾਨੂੰ ਗਿਆਨ, ਸਾਨੂੰ ਸੋਝੀ ਨਹੀਂ ਆ ਸਕਦੀ। ਆਪਣੇ ਇਸ ਮਾਨਸ ਜਨਮ ਦਾ ਆਪਾਂ ਲਾਹਾ ਨਹੀਂ ਖੱਟ ਸਕਦੇ। ਪਾਤਸ਼ਾਹ ਕਹਿੰਦੇ ਆ, ਡਰ ਜਨਮ ਮਰਨ ਦਾ ਸਾਡੇ ਅੰਦਰੋਂ ਖਤਮ ਹੋ ਜਾਂਦਾ। ਸਾਡਾ ਮਨ ਨਿਰਭਉ ਹੋ ਜਾਂਦਾ ਜਦੋਂ ਆਪਾਂ ਇਸ ਨੂੰ ਖਤਮ ਕਰ ਲੈਂਦੇ। ਜਦੋਂ ਆਪਾਂ ਇਸ ਨੂੰ ਖਤਮ ਕਰਾਂਗੇ, ਫਿਰ ਸਾਡਾ ਧਿਆਨ ਸ਼ਬਦ ਵਿੱਚ ਲੱਗੇਗਾ। ਫਿਰ ਜਿਹੜਾ ਆਪਾਂ ਨੂੰ ਹੁਕਮ ਆ ਕਿ ਤੁਸੀਂ ਨਾਮ ਦੇ ਵਿੱਚ ਸਮਾ ਕੇ ਆਪਣਾ ਜਨਮ ਮਰਨ ਖੰਡਨ ਕਰਨਾ ਆ, ਇਹ ਸਾਡਾ ਜਨਮ ਮਰਨ ਖੰਡਨ ਹੋਏਗਾ। ਕਿਉਂਕਿ ਸਤਿਗੁਰ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾ ਰਹੇ ਆ, ਜੋ ਇਸ ਮਾਰੈ ਤਿਸ ਕਉ ਭਉ ਨਾਹੀਂ, ਜੋ ਇਸ ਮਾਰੇ ਸੋ ਨਾਮ ਸਮਾਹੇ। ਜੇ ਸਾਡੇ ਅੰਦਰ ਈਰਖਾ, ਜੇ ਸਾਡੇ ਅੰਦਰ ਦੁਬਿਧਾ ਹੈ, ਫਿਰ ਪਾਤਸ਼ਾਹ ਕਹਿੰਦੇ ਆ ਤੁਸੀਂ ਨਿਰਭਉ ਨਹੀਂ ਹੋ ਸਕਦੇ।
ਤੁਹਾਡੇ ਅੰਦਰ ਦੁਬਿਧਾ ਈਰਖਾ ਨਾਮ ਨਹੀਂ ਪ੍ਰਗਟ ਹੋ ਸਕਦਾ ਜਿਸ ਨਾਮ ਵਿੱਚ ਸਮਾ ਕੇ ਆਪਾਂ ਨੂੰ ਪਾਤਸ਼ਾਹ ਕਹਿੰਦੇ ਆ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਜਿਸ ਵਿੱਚ ਸਮਾ ਕੇ ਹੀ ਉਸ ਮਾਲਿਕ ਨਿਰੰਕਾਰ ਦੇ ਨਾਲ ਭੇਦ ਹੋਣਾ, ਉਹ ਸੱਚ ਨਿਰੰਕਾਰ ਦਾ ਰੂਪ ਹੋਣਾ। ਇਸੇ ਕਰਕੇ ਆਪਾਂ ਨੂੰ ਜ਼ੋਰ ਦਿੱਤਾ ਉਹਨਾਂ ਨੇ, ਸਾਨੂੰ ਸਮਝਾਇਆ ਕਿ ਸ਼ਬਦ ਤੋਂ ਬਿਨਾਂ ਇਹ ਦੂਰ ਨਹੀਂ ਹੋਣੀ। ਭਰਮ ਦੇ ਵਿੱਚ ਰਹੋਗੇ, ਦੁਬਿਧਾ ਵਿੱਚ ਰਹੋਗੇ, ਆਪਣੇ ਮਾਨਸ ਜਨਮ ਨੂੰ ਤੁਸੀਂ ਹਾਰ ਜਾਣਾ, ਆਪਣੇ ਅੱਗੇ ਪੂਰ ਵੀ ਤੁਸੀਂ ਡੁੱਬ ਜਾਣੇ। ਇੱਕ ਸ਼ਬਦ ਦਾ ਅਭਿਆਸ ਕਰਕੇ ਆਪਾਂ ਨੂੰ ਕਹਿੰਦੇ ਨੇ ਤੁਸੀਂ ਆਪ ਵੀ ਤਰ ਸਕਦੇ ਹੋ। ਇੱਕ ਸ਼ਬਦ ਦਾ ਅਭਿਆਸ ਕਰਕੇ ਸਾਨੂੰ ਕਹਿੰਦੇ ਨੇ ਤੁਸੀਂ ਆਪਣੇ ਸੰਗੀਆਂ ਸਾਥੀਆਂ ਦਾ ਵੀ ਉਧਾਰ ਕਰ ਸਕਦੇ ਹੋ। ਜਿਹੜਾ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ, ਹਰਿ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਤੇ ਜੇ ਅਸੀਂ ਆਪ ਹੀ ਨਹੀਂ ਦ੍ਰਿੜ ਕਰਦੇ, ਆਪ ਹੀ ਸਾਡਾ ਮਨ ਦੁਬਿਧਾ ਈਰਖਾ ਦੇ ਵਿੱਚ ਆ, ਫਿਰ ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ, ਕਹਿੰਦੇ ਬਿਨ ਸ਼ਬਦ ਹੈ ਭਰਮਾਈਐ, ਦੁਬਿਧਾ ਡੋਬੈ ਪੂਰ। ਆਪਾਂ ਨੂੰ ਗਿਆਨ ਦੇ ਦਿੱਤਾ, ਕਿਉਂ ਇਸ ਨੂੰ ਆਪਣੇ ਅੰਦਰੋਂ ਖਤਮ ਕਰਨਾ ਆਪਾਂ? ਕਿਉਂਕਿ ਮਹਾਂਪੁਰਖਾਂ ਨੇ ਆਪਾਂ ਨੂੰ ਇਹ ਭਰੇਜਾਂ ਵਿੱਚ ਦੱਸਿਆ ਆ ਵੀ ਜਿਹਦੇ ਅੰਦਰੋਂ ਇਹ ਖਤਮ ਨਹੀਂ ਨਾ ਹੁੰਦੀ, ਪਾਤਸ਼ਾਹ ਕਹਿੰਦੇ ਧਰਮ ਰਾਏ ਤੋਂ ਉਹਨੂੰ ਸਜ਼ਾ ਮਿਲਦੀ ਹੈ। ਦ੍ਰਿੜ ਕਰਾਇਆ ਨਾ ਜੀ ਆਪਾਂ ਨੂੰ ਸਾਰਿਆਂ ਨੂੰ, ਜਿਸ ਨਰ ਕੀ ਦੁਬਿਧਾ ਨਾ ਜਾਏ, ਧਰਮ ਰਾਏ ਤਿਸ ਦੇ ਸਜਾਏ। ਇਸ ਕਰਕੇ ਜੋ ਵੀ ਜਿਸ ਜੀਵ ਦੇ ਮਨ ਦੇ ਵਿੱਚ ਭਰਮ ਆ, ਆਪਾਂ ਉਸ ਨੂੰ ਖਤਮ ਕਰ ਲੈਣਾ। ਕੋਈ ਵੀ ਮਨ ਦੇ ਵਿੱਚ ਸ਼ੰਕਾ ਹੈ, ਉਸ ਨੂੰ ਆਪਾਂ ਨਿਵਰਤ ਕਰ ਲੈਣਾ। ਕਿਉਂਕਿ ਅਸੀਂ ਇਹ ਮਾਨਸ ਜਨਮ ਜਿਹੜਾ ਸਾਨੂੰ ਮਿਲਿਆ, ਗੁਰਮੁਖਾਂ ਨੇ ਆਪਾਂ ਨੂੰ ਗਿਆਨ ਦਿੱਤਾ ਮਾਲਕ ਨੂੰ ਮਿਲਣ ਵਾਸਤੇ, ਨਿਰੰਕਾਰ ਨੂੰ ਮਿਲਣ ਵਾਸਤੇ। ਨਿਰੰਕਾਰ ਨੂੰ ਮਿਲਣ ਦਾ ਮਾਰਗ ਜਿਹੜਾ ਆਪਾਂ ਨੂੰ ਦੱਸਿਆ, ਉਹ ਸੰਤ ਮਾਰਗ ਦੱਸਿਆ। ਹੁਣ ਮਹਾਂਪੁਰਖਾਂ ਨੇ ਆਪਾਂ ਨੂੰ ਇਹ ਸੰਤ ਮਾਰਗ ਦ੍ਰਿੜ ਕਰਾਇਆ, ਸਾਨੂੰ ਸਮਝਾ ਦਿੱਤਾ ਜੇ ਤੁਸੀਂ ਇਸ ਮਾਰਗ 'ਤੇ ਚੱਲੋਗੇ, ਤੁਸੀਂ ਸੰਤ ਬਣ ਜਾਓਗੇ, ਸਾਧੂ ਬਣ ਜਾਓਗੇ। ਲੇਕਿਨ ਇਸ ਮਾਰਗ 'ਤੇ ਚੱਲਣਾ ਵਿਰਲੇ ਵਿਰਲੇ ਜੀਵਾਂ ਨੇ, ਜਿਨ੍ਹਾਂ ਦੇ ਵੱਡੇ ਭਾਗ, ਜਿਹੜਾ ਆਪਾਂ ਨੂੰ ਗੁਰਬਾਣੀ ਰਹੀ ਉਹਨਾਂ ਗਿਆਨ ਦਿੱਤਾ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ। ਪਾਤਸ਼ਾਹ ਕਹਿੰਦੇ ਵੱਡੇ ਭਾਗਾਂ ਨਾਲ ਮਿਲਦਾ ਹੈ, ਵੱਡੇ ਭਾਗਾਂ ਨਾਲ ਇਹ ਸ਼ਬਦ ਦਾ ਆਪਾਂ ਅਭਿਆਸ ਕਰਦੇ, ਸੰਤ ਮਾਰਗ, ਜਿਹਦੇ ਨਾਲ ਅਸੀਂ ਉਸ ਧਰਮ ਦੇ ਨਾਲ ਮਿਲਾਪ ਕਰਨਾ, ਸੱਚ ਨਾਲ ਮਿਲਾਪ ਕਰਨਾ, ਧਰਮੀ ਬਣਨਾ, ਉਹ ਸੱਚ ਨਿਰੰਕਾਰ ਦਾ ਰੂਪ ਹੋਣਾ। ਹੁਣ ਸਾਡੇ ਵਿੱਚ ਭਰਮ ਪਾਏ ਜਾ ਰਹੇ। ਮਹਾਂਪੁਰਖਾਂ ਨੇ ਆਪਾਂ ਨੂੰ ਗਿਆਨ ਦਿੱਤਾ ਕਿ ਤੁਸੀਂ ਜਿੱਥੋਂ ਤੱਕ ਆਪਣੀ ਡਿਊਟੀ ਹੈ, ਜਿਵੇਂ ਆਪਾਂ ਸਿਮਰਨ ਕਰਦੇ ਹਾਂ, ਗੁਰਮੰਤਰ ਦ੍ਰਿੜ ਕਰਦੇ ਹਾਂ, ਇਹ ਗੁਰਮੰਤਰ ਨੂੰ ਦ੍ਰਿੜ ਕਰਨਾ ਜਦੋਂ ਆਪ ਕਰੋਗੇ, ਆਪ ਇਸ ਮਾਰਗ 'ਤੇ ਚੱਲੋਗੇ, ਤੇ ਅੱਗੇ ਤੁਸੀਂ ਦੱਸਣਾ ਹੈ। ਵੱਧ ਤੋਂ ਵੱਧ ਇਹ ਜੁਗਤੀ, ਇਹ ਤਰੀਕਾ ਮਨ ਨੂੰ ਘਰ ਦੇ ਵਿੱਚ ਬਿਠਾਉਣ ਦਾ, ਜਿਹੜਾ ਸਵਾਸ ਗ੍ਰਾਸ ਸਿਮਰਨ ਕਰਨ ਦਾ, ਜਿਹੜਾ ਇਹ ਕਰਦੇ ਹੋਏ ਮਨ ਨੇ ਘਰ ਦੇ ਵਿੱਚ ਜਾਣਾ। ਤੇ ਆਪਾਂ ਨੂੰ ਗਿਆਨ ਦਿੱਤਾ ਜਿਨ੍ਹਾਂ ਦੇ ਅੰਦਰ ਇਹ ਸ਼ਬਦ ਵਸ ਗਿਆ ਨਾ, ਮਾਲਕ ਨਿਰੰਕਾਰ ਉਹਨਾਂ ਨੂੰ ਵਿਸਰ ਹੀ ਨਹੀਂ ਸਕਦਾ।
ਕਿਉਂਕਿ ਇਹ ਕੂੜ ਦੀ ਪਾਲ, ਇਹ ਭਰਮ ਦਾ ਪਰਦਾ, ਇਹ ਕਾਲ ਦਾ ਜਾਲ, ਇਹ ਭਰਮ ਦਾ ਗੜ੍ਹ, ਜਿਹੜੇ ਸਾਡੇ ਵਿਚਾਰ ਨੇ, ਜਿਹੜੇ ਸਾਡੇ ਫੁਰਨੇ ਨੇ, ਜਿੰਨਾ ਚਿਰ ਅਸੀਂ ਇਹਨਾਂ ਤੋਂ ਰਹਿਤ ਨਹੀਂ ਹੁੰਦੇ ਉਹਨਾਂ ਚਿਰ ਮਨ ਆਪਣੇ ਘਰ ਦੇ ਵਿੱਚ ਨਹੀਂ ਵਸਦਾ। ਤੇ ਆਪਣੇ ਘਰ ਦੀ ਨਿਸ਼ਾਨੀ ਦੱਸੀ ਆ ਵੀ ਉੱਥੇ ਪੌਣ ਪਾਣੀ ਬਸੰਤਰ ਨਹੀਂ, ਉੱਥੇ ਕੋਈ ਆਕਾਰ ਨਹੀਂ। ਆਪਾਂ ਨੂੰ ਗਿਆਨ ਦਿੱਤਾ, ਆਪਾਂ ਨੂੰ ਸੋਝੀ ਦਿੱਤੀ ਹੈ। ਤੇ ਜੇ ਅਸੀਂ ਇਹ ਸ਼ਬਦ ਦਾ ਅਭਿਆਸ ਕੀਤਾ ਹੋਏ, ਆਪਣੇ ਘਰ ਜਾਈਏ, ਫਿਰ ਨਾ ਤਾਂ ਆਪਣਾ ਮਨ ਭਰਮ ਦੇ ਵਿੱਚ ਜਾਂਦਾ ਆ ਤੇ ਨਾ ਹੀ ਅਸੀਂ ਦੂਸਰਿਆਂ ਨੂੰ ਭਰਮ ਦੇ ਵਿੱਚ ਪਾ ਸਕਦੇ। ਕਿਉਂਕਿ ਹੁਣ ਗੁਰਮੁਖ ਜਨ ਅੱਜ ਬੇਨਤੀ ਜ਼ਰੂਰ ਕਰਨੀ ਹੈ ਕਿ ਮਹਾਂਪੁਰਖਾਂ ਦਾ ਨਾਮ ਵਰਤ ਕੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਉਹਨਾਂ ਦਾ ਨਾਮ ਵਰਤਦਿਆਂ ਹੋਇਆਂ ਜੀਵਾਂ ਨੂੰ ਭਰਮਾਂ ਦੇ ਵਿੱਚ ਪਾਈ ਜਾਂਦੇ ਨੇ, ਭੁਲੇਖਿਆਂ ਦੇ ਵਿੱਚ ਪਾਈ ਜਾਂਦੇ ਨੇ। ਜਿਹੜਾ ਉਹਨਾਂ ਨੇ ਆਪਾਂ ਨੂੰ ਗਿਆਨ ਦਿੱਤਾ, ਕਿਉਂਕਿ ਹਰੇਕ ਗੁਰੂ ਦੇ ਸਿੱਖ ਦੀ ਡਿਊਟੀ ਹੈ ਵੀ ਜਪਣਾ ਵੀ ਤੇ ਜਪਾਉਣਾ ਵੀ। ਹਰੇਕ ਗੁਰੂ ਦੀ ਡਿਊਟੀ ਹੈ, ਗੁਰੂ ਦੇ ਸਿੱਖ ਦੀ, ਕਿ ਆਪ ਇਸ ਮਾਰਗ 'ਤੇ ਚੱਲਣਾ ਤੇ ਇਹ ਪਿਆਰ ਦਾ ਜਿਹੜਾ ਮਾਰਗ ਹੈ, ਕਥ ਦੀ ਕਹਾਣੀ ਇਹ ਕਰਨੀ ਹੈ, ਇਹ ਬ੍ਰਹਮ ਦੀ ਵਿਚਾਰ ਕਰਨੀ ਹੈ। ਜਿਹੜਾ ਮਹਾਰਾਜ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਉਂਦੇ, ਹਰ ਹਰ ਕਥਾ ਸਦਾ ਨਿਤ ਕਰ ਗੁਰਮੁਖ ਅਕਥ ਕਹਾਣੀ। ਕਿਸੇ ਨੂੰ ਕੋਈ ਰੁਕਾਵਟ ਨਹੀਂ, ਕਿਸੇ ਨੂੰ ਕੋਈ ਬੰਧਨ ਨਹੀਂ ਕਿ ਨਹੀਂ ਕਰ ਸਕਦਾ, ਸਾਰੇ ਕਰਨਗੇ। ਲੇਕਿਨ ਇਹਦੇ ਵਿੱਚ ਜੀਵਾਂ ਨੂੰ ਭਰਮ ਦੇ ਵਿੱਚ ਨਾ ਪਾਇਆ ਜਾਵੇ। ਸ਼ਬਦ ਦਾ ਅਭਿਆਸ ਛਡਾ ਕੇ, ਸਵਾਸ ਗ੍ਰਹਿ ਸਿਮਰਨ ਛਡਾ ਕੇ, ਜਿਹੜਾ ਸਾਨੂੰ ਵਾਰ-ਵਾਰ ਪਾਤਸ਼ਾਹ ਕਹਿੰਦੇ ਨੇ ਰਸਨਾ ਦੁਆਰਾ ਜਪੋ, ਜਿੰਨਾ ਚਿਰ ਨਹੀਂ ਕਹਿੰਦੇ ਆਉਣਾ ਜਾਣਾ ਤੁਹਾਡਾ ਖਤਮ ਨਹੀਂ ਹੋ ਸਕਦਾ। ਭਗਤਾਂ ਦੇ ਬਚਨ ਆਪਾਂ ਦ੍ਰਿੜ ਕਰਦੇ ਹਾਂ, ਜੋ ਪੈ ਰਸਨਾ ਰਾਮ ਨਾ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ। ਸਾਨੂੰ ਗੁਰਬਾਣੀ ਰਾਹੀਂ ਮਹਾਂਪੁਰਖਾਂ ਨੇ ਸਮਝਾਇਆ, ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ। ਇਹ ਮੰਤਰ ਜਿਹੜਾ ਨਾ, ਜਿਨ੍ਹਾਂ ਨੂੰ ਸਵਾਸ ਗਰਾਸ ਨਹੀਂ ਵਿਸਰਦਾ, ਉਹ ਤਾਂ ਪੂਰਨ ਸੰਤ ਬਣ ਜਾਂਦੇ ਨੇ। ਉਸ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰ ਲੈਂਦੇ ਨੇ। ਉਹ ਸਿਮਰਨ ਛਡਾ ਕੇ, ਉਹ ਅਭਿਆਸ ਛਡਾ ਕੇ, ਗੁਰੂ ਦੀ ਮੱਤ ਛਡਾ ਕੇ, ਆਪਣੀ ਆਪਣੀ ਮੱਤ ਅਨੁਸਾਰ ਸਮਝਾਉਂਦੇ, ਤੁਸੀਂ ਧਿਆਨ ਇੱਥੇ ਲਾ ਲਓ, ਤੁਸੀਂ ਧਿਆਨ ਇੱਥੇ ਲਾ ਲਓ। ਗੁਰਮੁਖ ਆਪਣੇ ਤੇ ਨਾ ਕਿਹਨਾਂ ਦਾ ਵਰਤਦੇ ਨੇ? ਮਹਾਂਪੁਰਖਾਂ ਦਾ। ਤੇ ਆਪਾਂ ਨੂੰ ਹੁਣ ਗੁਰਬਾਣੀ ਰਾਹੀਂ ਗਿਆਨ ਦਿੱਤਾ ਆ, ਸੋਝੀ ਦਿੱਤੀ ਆ। ਜਿੱਥੇ ਸਾਡਾ ਘਰ ਬੰਨਿਆ ਉੱਥੇ ਕੋਈ ਨਹੀਂ ਆਕਾਰ, ਕੋਈ ਰੰਗ ਨਹੀਂ, ਰੂਪ ਨਹੀਂ, ਤੇ ਕੀ ਕਿਹਾ ਜਾ ਰਿਹਾ ਵੀ ਹਰੀ ਦੇ ਮੰਦਰ ਤੇ ਸੋਨਾ ਐਵੇਂ ਨਹੀਂ ਲਾਇਆ। ਉੱਥੇ ਮਾਲਕ ਨਿਰੰਕਾਰ ਬੈਠਾ, ਸੁਨਹਿਰੀ ਰੰਗ ਤੁਹਾਨੂੰ ਦੱਸੇਗਾ, ਉੱਥੇ ਸੋਨੇ ਵਰਗਾ ਰੰਗ ਦਿਸੇਗਾ। ਭਰਮ ਪਾਇਆ ਜਾ ਰਿਹਾ, ਜੀਵਾਂ ਨੂੰ ਨਾ ਵਰਤ ਕੇ ਮਹਾਂਪੁਰਖਾਂ ਦਾ ਮੂਲ ਤੋਂ ਛਡਾਇਆ ਜਾ ਰਿਹਾ, ਮੂਲ ਤੋਂ। ਕਿਉਂਕਿ ਜਿੰਨਾ ਚਿਰ ਅਸੀਂ ਸਤਿਗੁਰ ਦੀ ਬਾਣੀ ਅਨੁਸਾਰ ਮਹਾਂਪੁਰਖਾਂ ਦੇ ਬਚਨ ਨਹੀਂ ਨਾ ਦ੍ਰਿੜ ਕਰਦੇ, ਪੰਜਵੇਂ ਪਾਤਸ਼ਾਹ ਸਾਨੂੰ ਜੀਵਨ ਦੀ ਜਾਚ ਸਮਝਾ ਰਹੇ, ਸਾਨੂੰ ਗਿਆਨ ਦੇ ਰਹੇ ਕਿ ਵਿਚਾਰ ਕਿਵੇਂ ਖਤਮ ਹੁੰਦੇ ਨੇ, ਕਿਵੇਂ ਸਾਡਾ ਇਹ ਮਨ ਜਿਹੜਾ ਤ੍ਰੈ ਗੁਣਾਂ ਤੋਂ ਅਤੀਤ ਹੁੰਦਾ ਹੈ, ਤ੍ਰੈ ਗੁਣਾਂ ਨੂੰ ਛੱਡਦਾ ਹੈ, ਵਿਚਾਰਾਂ ਨੂੰ ਛੱਡਦਾ ਹੈ। ਉਹ ਫਿਰ ਗੁਰਬਾਣੀ ਦੇ ਵਿੱਚ ਆਪਾਂ ਨੂੰ ਗਿਆਨ ਦਿੱਤਾ, ਆਪਾਂ ਨੂੰ ਸੋਝੀ ਦਿੱਤੀ ਆ। ਜਿਹੜੇ ਇਹ ਬੰਧਨ ਨੇ ਤ੍ਰੈ ਗੁਣਾਂ ਦੇ, ਗੁਰੂ ਦੇ ਸ਼ਬਦ ਤੋਂ ਬਿਨਾਂ ਨਹੀਂ ਇਹ ਟੁੱਟ ਸਕਦੇ, ਛੁੱਟ ਸਕਦੇ। ਪੰਜਵੇਂ ਪਾਤਸ਼ਾਹ ਦੇ ਬਚਨ ਮਹਾਂਪੁਰਖਾਂ ਨੇ ਆਪਾਂ ਨੂੰ ਦ੍ਰਿੜ ਕਰਾਏ, ਕਿਵੇਂ ਮਾਲਕ ਨਿਰੰਕਾਰ ਨਾਲ ਉਹਨਾਂ ਨੇ ਮਿਲਾਪ ਕੀਤਾ ਹੈ, ਕਿਵੇਂ ਉਹ ਨਾਮ ਦੇ ਖਜ਼ਾਨੇ ਦੀ ਪ੍ਰਾਪਤੀ ਕੀਤੀ। ਤੇ ਆਪਾਂ ਨੂੰ ਉਹ ਨਾਲ ਨਾਲ ਫਿਰ ਉਹਨਾਂ ਸ਼ਬਦ ਦਾ ਅਭਿਆਸ ਵੀ ਕਰਾਇਆ, ਦੱਸ ਕੇ
ਗੁਰ ਮਿਲ ਜੀਤਾ ਹਰ ਹਰ ਕੀਤਾ ਟੂਟੀ ਪੀਤਾ ਭਰਮ ਗੜਾ। ਪਾਇਆ ਖਜ਼ਾਨਾ ਬਹੁਤ ਨਿਧਾਨਾ ਹਰ ਸਾਨਤ ਮੇਰੀ ਆਪ ਖੜਾ। ਖਜ਼ਾਨਾ ਪ੍ਰਾਪਤ ਕੀਤਾ ਉਹਨਾਂ, ਨਿਧਾਨ ਦੀ ਪ੍ਰਾਪਤੀ ਕੀਤੀ ਉਹਨਾਂ, ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕੀਤਾ ਉਹਨਾਂ, ਤੇ ਆਪਾਂ ਨੂੰ ਸਮਝਾ ਦਿੱਤਾ ਇਹ ਹਰ ਹਰ ਕਰਕੇ, ਗੁਰੂ ਗੁਰੂ ਕਰਕੇ, ਇਹ ਗੁਰਮੰਤਰ ਨੂੰ ਦ੍ਰਿੜ ਕਰਕੇ ਕੂੜ ਦੀ ਪਾਲ ਨੂੰ ਤੋੜ ਕੇ ਸਾਹਮਣੇ ਦਿਸਦਾ ਹੈ। ਇਹ ਭਰਮ ਦਾ ਪਰਦਾ ਪਾਸੇ ਹੁੰਦਾ, ਫੇਰ ਸਾਨੂੰ ਉਹ ਮਾਲਕ ਨਿਰੰਕਾਰ ਦਿਸਦਾ। ਇਸ ਕਰਕੇ ਆਪਾਂ ਨੂੰ ਫੇਰ ਕਈ ਗੁਰਮੁਖ ਜਨ ਜਿਹੜੇ ਨਹੀਂ ਚਾਹੁੰਦੇ ਗੁਰੂ ਦੀ ਮੱਤ ਅਨੁਸਾਰ ਚੱਲਣਾ, ਜਿਹੜੇ ਨਹੀਂ ਚਾਹੁੰਦੇ ਸ਼ਬਦ ਦਾ ਅਭਿਆਸ ਕਰਨਾ, ਕਮਾਈ ਕਰਨੀ, ਕਿਉਂਕਿ ਪਾਤਸ਼ਾਹ ਕਹਿੰਦੇ ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ। ਮਿਲਣਾ ਵੀ ਚਾਹੁੰਦੇ ਨੇ, ਲੇਕਿਨ ਇਹ ਸ਼ਬਦ ਦਾ ਅਭਿਆਸ ਵੀ ਨਹੀਂ ਕਰਨਾ ਚਾਹੁੰਦੇ। ਤੇ ਆਪਾਂ ਨੂੰ ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਬਿਨ ਗੁਰ ਸ਼ਬਦ ਨਾ ਛੁੱਟੀਐ। ਦੇਖੋ ਵਿਚਾਰਾ, ਜਿੰਨਾ ਚਿਰ ਇਹ ਸ਼ਬਦ ਦਾ ਅਭਿਆਸ ਨਹੀਂ ਕਰਦੇ ਤੁਸੀਂ ਛੁੱਟ ਹੀ ਨਹੀਂ ਸਕਦੇ, ਤੁਸੀਂ ਵਿਚਾਰਾਂ ਤੋਂ ਰਹਿਤ ਨਹੀਂ ਹੋ ਸਕਦੇ। ਕਈ ਗੁਰਮੁਖ ਜਿਹੜੇ, ਕਿਉਂਕਿ ਮਹਾਂਪੁਰਖਾਂ ਨੇ ਖੋਲ ਕੇ ਆਪਾਂ ਨੂੰ ਖਜ਼ਾਨਾ ਦਿੱਤਾ ਆ, 20 ਪੋਥੀਆਂ ਆਪਾਂ ਨੂੰ ਬਖਸ਼ਿਸ਼ ਕੀਤੀਆਂ, ਉਹਦੇ ਵਿੱਚ ਸਾਰਾ ਖਜ਼ਾਨਾ ਦਿੱਤਾ ਆ। ਕਈ ਗੁਰਮੁਖ ਐਸੇ ਜਿਨ੍ਹਾਂ ਨੇ ਮਹਾਂਪੁਰਖਾਂ ਦਾ ਸੰਗ ਵੀ ਨਹੀਂ ਕੀਤਾ, ਉਹ ਪੋਥੀਆਂ ਤੋਂ ਪੜ੍ਹ ਪੜ੍ਹ ਕੇ ਦੂਸਰਿਆਂ ਨੂੰ ਦੱਸੀ ਜਾਂਦੇ, ਧਿਆਨ ਲਵਾਈ ਜਾਂਦੇ, ਤੇ ਫਿਰ ਪਾਉ ਨੂੰ ਸਮ ਨਹੀਂ ਕਰਾਇਆ, ਅਭਿਆਸ ਕੀਤਾ ਨਹੀਂ। ਉਹਨਾਂ ਦਾ ਫਿਰ ਜਦੋਂ ਸੰਤੁਲਨ ਵਿਗੜਦਾ ਨਾ, ਉਹ ਫਿਰ ਫੋਨ ਕਰਦੇ ਨੇ ਵੀ ਸਾਨੂੰ ਤਾਂ ਨੀਂਦ ਨਹੀਂ ਆਉਂਦੀ, ਸਾਡਾ ਤਾਂ ਸਿਰ ਪਾਟੀ ਜਾਂਦਾ, ਅਸੀਂ ਹੁਣ ਕੰਮ 'ਤੇ ਨਹੀਂ ਜਾ ਸਕਦੇ, ਬਾਹਰੋਂ ਫੋਨ ਆਉਂਦੇ ਨੇ। ਫਿਰ ਉਹਨਾਂ ਨੂੰ ਬੇਨਤੀ ਕਰੀਦੀ, ਭਾਈ ਉਹਨਾਂ ਨੂੰ ਪੁੱਛੋ ਤੁਸੀਂ ਵੀ ਜਿਹੜਾ ਤੁਹਾਡਾ ਧਿਆਨ ਲਵਾਇਆ, ਉਹਨਾਂ ਨੂੰ ਪੁੱਛੋ ਵੀ ਕਿਵੇਂ ਹੁਣ ਸਹੀ ਹੋਈ ਅਸੀਂ। ਉਹ ਕਹਿੰਦੇ ਜਦੋਂ ਅਸੀਂ ਫਿਰ ਪੁੱਛਦੇ ਹਾਂ ਤੇ ਫਿਰ ਕਦੀ ਕਹਿੰਦੇ ਇੱਥੇ ਧਿਆਨ ਲਾ ਲਓ, ਇੱਥੇ ਧਿਆਨ ਲਾ ਲਓ, ਗੱਲ ਸਾਡੀ ਸੁਣਦੇ ਨਹੀਂ। ਹੁਣ ਤਾਂ ਇੱਥੋਂ ਤੱਕ ਹਾਲਤ ਹੋ ਗਈ ਸਾਡੇ ਫੋਨ ਵੀ ਨਹੀਂ ਚੱਕਦੇ, ਵੀ ਸਾਡੇ ਤਾਂ ਛੋਟੇ ਛੋਟੇ ਬੱਚੇ ਨੇ, ਅਸੀਂ ਇਹਨਾਂ ਦਾ ਵੀ ਧਿਆਨ ਰੱਖਣਾ, ਅਸੀਂ ਤਾਂ ਕੰਮ ਤੋਂ ਵਿਹਲੇ ਹੋ ਗਏ ਹਾਂ। ਇਹ ਜਿਹੜਾ ਜੀਵ ਜਿਨ੍ਹਾਂ ਨੇ ਨਹੀਂ ਮਹਾਂਪੁਰਖਾਂ ਦੇ ਵਚਨਾਂ ਨੂੰ ਕਮਾਇਆ, ਜਿਨ੍ਹਾਂ ਨੇ ਨਹੀਂ ਉਹਨਾਂ ਦਾ ਸੰਗ ਕੀਤਾ, ਪੋਥੀਆਂ ਜ਼ਰੂਰ ਪੜ੍ਹ ਕੇ ਉਸ ਮੁਤਾਬਕ ਦੂਸਰਿਆਂ ਨੂੰ ਸਮਝਾ ਰਹੇ, ਸੁਣ ਦਾ ਦੱਸ ਰਹੇ, ਸ਼ਬਦਾਂ ਦਾ ਦੱਸ ਰਹੇ, ਲੇਕਿਨ ਆਪਾਂ ਨੂੰ ਹੁਣ ਗੁਰਬਾਣੀ ਵਿੱਚ ਗਿਆਨ ਦਿੱਤਾ ਜਿਹੜਾ ਮਹਾਂਪੁਰਖਾਂ ਦੱਸਿਆ, ਜੇ ਇਸ ਤਰੀਕੇ ਨਾਲ ਸੰਤੁਲਨ ਵਿਗੜ ਜਾਂਦਾ ਨਾ ਜੀਵ ਦਾ, ਉਹ ਫਿਰ ਠੀਕ ਵੀ ਨਹੀਂ ਹੁੰਦਾ। ਆਪਾਂ ਨੂੰ ਕਈ ਵਾਰ ਸਮਝਾਇਆ ਉਹਨਾਂ ਵੀ ਜੇ ਇਸ ਤਰੀਕੇ ਨਾਲ ਤੁਸੀਂ ਨਹੀਂ ਚੱਲਦੇ ਥਰੂ ਪ੍ਰੋਪਰ ਚਿੰਨ, ਇੱਕ ਵਾਰ ਤੁਹਾਡਾ ਸੰਤੁਲਨ ਜਿਹੜਾ ਵਿਗੜ ਗਿਆ ਨਾ, ਉਹ ਸਹੀ ਨਹੀਂ ਹੋ ਸਕਦਾ ਫਿਰ। ਇਸ ਕਰਕੇ ਸਾਰੇ ਗੁਰਮੁਖਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਆਪਾਂ ਨੂੰ ਗੁਰਬਾਣੀ ਰਾਹੀਂ ਜੋ ਉਹਨਾਂ ਨੇ ਗਿਆਨ ਦਿੱਤਾ ਨਾ, ਅਭਿਆਸ ਕਰਾਇਆ, ਤੇ ਆਪਾਂ ਨੂੰ ਵਾਰ-ਵਾਰ ਉਹਨਾਂ ਗਿਆਨ ਦਿੱਤਾ ਵੀ ਇਹ ਗੁਰੂ ਦਾ ਸ਼ਬਦ ਅੰਦਰ ਵਸਾ ਲਓ। ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨਾ ਜਾਈ। ਪਾਤਸ਼ਾਹ ਕਹਿੰਦੇ ਇਹਨੂੰ ਵਸਾ ਲਿਆ, ਨਹੀਂ ਵਿਸਰਨਾ। ਤੇ ਜੇ ਸਾਨੂੰ ਇਹ ਮੂਲ ਹੀ ਜਿਹੜਾ ਸਾਡਾ, ਜਿਹੜਾ ਆਪਾਂ ਨੂੰ ਸਮਝਾਇਆ, ਹਰ ਸਿਮਰਨ ਛਾੜ ਪਰਮ ਗਤ ਚਾਹੇ, ਮੂਲ ਬਿਨਾ ਸ਼ਾਖਾ ਕਤ ਆਹੇ। ਜੇ ਤਾਂ ਆਪਾਂ ਗੁਰੂ ਦੀ ਮੱਤ ਅਨੁਸਾਰ ਚੱਲਾਂਗੇ, ਥਰੂ ਪ੍ਰੋਪਰ ਚਿੰਨ ਚੱਲਾਂਗੇ, ਸਵਾਸ ਗ੍ਰਹਿ ਸਿਮਰਨ ਪ੍ਰਪੱਕ ਕਰਾਂਗੇ, ਸਾਹ ਸਾਹ ਸਿਮਰਨ ਪ੍ਰਪੱਕ ਕਰਾਂਗੇ, ਇਹ ਸਾਡੀ ਜਰਨ ਸ਼ਕਤੀ ਬਣ ਜਾਏਗੀ, ਜਿਹੜੇ ਰੋਮ ਰੋਮ ਦੇ ਵਿੱਚ ਵਾਸੀਗਾ ਗੁਰੂ ਦਾ ਸ਼ਬਦ ਹੈ। ਫਿਰ ਤਾਂ ਮਹਾਰਾਜ ਦੀ ਕਿਰਪਾ ਆਪਣੇ 'ਤੇ ਹੋ ਜਾਂਦੀ, ਨਹੀਂ ਤਾਂ ਫਿਰ ਆਪਾਂ, ਕਈ ਤਾਂ ਗੁਰਮੁਖ ਐਸੇ ਨੇ ਜਿਹੜੇ ਕਹਿੰਦੇ ਵੀ ਜੇ ਇੱਥੇ ਕਿਤੇ ਹੁੰਦੇ ਨਾ, ਅਸੀਂ ਸੂਹ ਕਰ ਦੇਣੀ ਸੀ ਅਮਰੀਕਾ ਤੋਂ ਹੋਣਾ ਆ, ਵੀ ਸਾਡੇ ਤਾਂ ਸਾਡਾ ਸੰਤੁਲਨ ਵਿਗਾੜ ਦਿੱਤਾ, ਸਾਡੇ ਪਰਿਵਾਰ ਦਾ ਸੰਤੁਲਨ ਵਿਗਾੜ ਦਿੱਤਾ। ਇਸ ਕਰਕੇ ਜਿਹੜੇ ਗੁਰਮੁਖ ਇਸ ਤਰ੍ਹਾਂ ਤੁਹਾਡਾ ਧਿਆਨ ਲਵਾਉਂਦੇ ਨੇ, ਉਹਨਾਂ ਦਾ ਜੇ ਨਾ ਵਰਤਦੇ ਨੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਦਾ, ਉਹਨਾਂ ਦਾ ਸਾਡੀ ਇਸ ਸੰਸਥਾ ਦੇ ਨਾਲ, ਪ੍ਰਭ ਮਿਲਨੇ ਕੇ ਚਾਓ ਦੇ ਨਾਲ ਕੋਈ ਸੰਪਰਕ ਨਹੀਂ। ਉਹਨਾਂ ਦੇ ਜ਼ਿੰਮੇਵਾਰ ਗੁਰਮੁਖ ਆਪ ਨੇ ਜੇ ਕਿਸੇ ਦਾ ਸੰਤੁਲਨ ਵਿਗੜਦਾ ਹੈ।
ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਸਾਰਿਆਂ ਨੇ ਕਿ ਜਿਹੜਾ ਆਪਾਂ ਨੂੰ ਮਹਾਂਪੁਰਖਾਂ ਨੇ ਗੁਰੂ ਦੀ ਮੱਤ ਸਿਖਾਈ ਆ, ਤਾਂ ਹੀ ਤਾਂ ਇੱਥੇ ਆਪਣੀ ਕਲਾਸਾਂ ਲਵਾਈਆਂ। ਸੁਬਾਹ 3 ਤੋਂ 5 ਆਪਾਂ ਨੂੰ ਵੈਖਰੀ ਬਾਣੀ ਦੇ ਵਿੱਚ ਉਹਨਾਂ ਅਭਿਆਸ ਕਰਾਇਆ। ਕਿਉਂ ਕਰਾਇਆ? ਕਿ ਜਿਹੜਾ ਸਾਡਾ ਇਹ ਮਨ ਆ ਨਾ, ਇਹ ਸ਼ਬਦ ਤੋਂ ਬਿਨਾਂ ਨਹੀਂ ਜਾਗਦਾ। ਜਿੰਨਾ ਚਿਰ ਅਸੀਂ ਇਸ ਸੰਸਾਰ ਦੇ ਵਿੱਚ ਆ ਕੇ ਸ਼ਬਦ ਦਾ ਅਭਿਆਸ ਨਹੀਂ ਕਰਦੇ, ਸਾਡਾ ਮਨ ਇਹ ਤ੍ਰੈ ਗੁਣਾਂ ਨੂੰ ਨਹੀਂ ਛੱਡਦਾ। ਤਾਂ ਹੀ ਆਪਾਂ ਨੂੰ ਸਮਝਾਇਆ, ਸੁਤੜੇ ਅਸੰਖ ਮਾਇਆ ਝੂਠੀ ਕਾਰਨੈ, ਨਾਨਕ ਸੇ ਜਗਨ ਜੈ ਰਸਨਾ ਨਾਮ ਉਚਾਰਨ ਹੈ। ਫਿਰ ਜਿਹੜਾ ਆਪਾਂ ਨੂੰ ਇਹ ਮਾਰਗ ਸਮਝਾਇਆ ਗੁਰਮੁਖਾਂ ਨੇ, ਕਦੀ ਇਹ ਨਹੀਂ ਕਿ ਆਪਾਂ ਨੂੰ ਵੀ ਕਿ ਤੁਸੀਂ ਕਿਰਤ ਛੱਡ ਦੇਣੀ ਹੈ, ਕਰਮ ਛੱਡ ਦੇਣਾ। ਤਾਂ ਹੀ ਉਹ ਮਹਾਂਪੁਰਖਾਂ ਨੇ ਵੀ ਆਪ ਜਿੱਥੇ ਆਪਾਂ ਨੂੰ ਇਹ ਸੱਚ ਦਾ ਮਾਰਗ ਸਮਝਾਇਆ ਆ, ਜਿੱਥੇ ਆਪਾਂ ਨੂੰ ਇਹ ਸਤਿਗੁਰ ਦੀ ਬਾਣੀ ਨਾਲ ਜੋੜ ਕੇ ਇਹ ਸ਼ਬਦ ਦੀ ਕਮਾਈ ਕਰਾਈ, ਉੱਥੇ ਉਹਨਾਂ ਕਿਰਤ ਵੀ ਕੀਤੀ ਹੈ। ਕਈਆਂ ਗੁਰਮੁਖਾਂ ਦੇ ਮਨ ਵਿੱਚ ਇਹ ਵੀ ਬੜਾ ਭੁਲੇਖਾ ਵੀ ਇਹ ਗੁਰਮੁਖ ਜਨ, ਜਿਵੇਂ ਹੁਣ ਵੀ ਗੁਰਮੁਖ ਕਹਿੰਦੇ ਨੇ ਵੀ ਜਿਹੜੀ ਸੇਵਾ ਭੇਜਦੇ ਆ ਗੁਰਮੁਖ, ਸ਼ਾਇਦ ਆਪਣੇ ਘਰ 'ਤੇ ਲਾਈ ਜਾਂਦੇ ਨੇ। ਜੇ ਕਿਸੇ ਦੇ ਵੀ ਮਨ ਦੇ ਵਿੱਚ ਇਹ ਵੀ ਸ਼ੰਕਾ ਆ, ਇਹ ਵੀ ਭਰਮ ਆ, ਉਹ ਵੀ ਆਪਣਾ ਅੱਗੇ ਵੀ ਬੇਨਤੀ ਕੀਤੀ, ਭਰਮ ਕੱਢ ਲਓ। ਆਪਣੇ ਪਰਿਵਾਰ ਵਾਸਤੇ ਸਤਿਗੁਰ ਦੀ ਕਿਰਪਾ ਦੇ ਨਾਲ ਖੇਤੀਬਾੜੀ ਦਾ ਕਰਮ, ਅਤੇ ਨਾਲ ਜਿਹੜੀ ਮਹਾਂਪੁਰਖਾਂ ਨੇ ਆਪਾਂ ਨੂੰ ਡਿਊਟੀ ਲਾਈ, ਇਹ ਵੀ ਆਪਾਂ ਕਰਮ ਕਰਨਾ। ਗੁਰੂ ਨਾਨਕ ਦਾ ਮਿਸ਼ਨ ਸਮਝਾਇਆ ਆਪਾਂ ਨੂੰ। ਕਿਰਤ ਵੀ ਨਹੀਂ ਛੱਡਣੀ, ਆਪਣੀ ਕਿਰਤ ਵੀ ਕਰਨੀ ਆ। ਦੂਸਰਾ, ਆਪਾਂ ਇਹ ਸ਼ਬਦ ਦਾ ਅਭਿਆਸ ਵੀ ਨਹੀਂ ਛੱਡਣਾ। ਇਹ ਸੰਤ ਮਾਰਗ 'ਤੇ ਜਿਹੜਾ ਆਪਾਂ ਨੂੰ ਤੋਰਿਆ, ਜਿਹੜਾ ਇੱਕ ਗੁਰਸਿੱਖ ਦੀ ਡਿਊਟੀ ਮਹਾਂਪੁਰਖਾਂ ਨੇ ਲਾਈ, ਉਹ ਆਪਾਂ ਨੇ ਇਹ ਵੀ ਨਿਭਾਉਣੀ ਆ। ਸਾਰੇ ਆਪਾਂ ਕਰ ਰਹੇ ਹਾਂ। ਜਿਹੜਾ ਆਪਣਾ ਘਰ ਦਾ ਰੁਜ਼ਗਾਰ ਆ, ਉਹ ਕਿਰਤ ਆ, ਜਿਹੜੀ ਖੇਤੀਬਾੜੀ ਕਰਦਿਆਂ ਹੋਇਆ, ਅਤੇ ਜਿਹੜਾ ਇਹ ਗੁਰੂ ਘਰ ਦਾ ਜਿਹੜਾ ਇਹ ਸਿਸਟਮ ਚੱਲਦਾ ਆ, ਜਿਹੜੀ ਇਹ ਸੇਵਾ ਚੱਲਦੀ ਆ, ਉਹ ਸੰਗਤ ਦੇ ਰੂਪ ਵਿੱਚ ਸਾਰੇ ਚੱਲਦੇ ਆ। ਇਹ ਵੱਖਰਾ ਸਾਡਾ ਖੇਲ ਆ, ਇਹ ਆਪਣਾ ਗੁਰੂ ਘਰ ਦਾ ਵੱਖਰਾ ਖੇਲ ਆ। ਇਹ ਵੀ ਜੇ ਕਿਸੇ ਦੇ ਮਨ ਦੇ ਵਿੱਚ ਸ਼ੰਕਾ ਹੈ, ਜੇ ਭਰਮ ਹੈ, ਉਹ ਵੀ ਨਿਵਰਤ ਕਰ ਸਕਦਾ। ਜਦੋਂ ਮਰਜ਼ੀ ਆ ਕੇ ਪਾਰਦਰਸ਼ੀ ਇਹ ਖੇਲ ਨੂੰ ਦੇਖ ਸਕਦਾ ਕਿ ਇਹ ਹਿਸਾਬ ਕਿਤਾਬ ਆਪਾਂ ਕਰ ਸਕਦੇ ਹਾਂ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਆ ਸਾਰਿਆਂ ਨੇ ਕਿ ਇਹ ਭਰਮ ਦੇ ਵਿੱਚ ਨਹੀਂ ਰਹਿਣਾ। ਆਪਣੇ ਵਿਚਾਰ ਵੀ ਨਾ ਬਣਾਓ, ਕਿਉਂਕਿ ਇੱਕ ਤਾਂ ਇੰਨਾ ਗੁਰਮੁਖ ਪਿਆਰਾ ਸਾਡਾ ਕੈਨੇਡਾ ਵਿੱਚ ਬੈਠਾ ਹੋਇਆ, ਉਹ ਪਹਿਲਾਂ ਆਪ ਵਿਚਾਰ ਬਣਾਉਂਦਾ, ਫਿਰ ਸਾਰੇ ਪਾਸੇ ਫੋਨ ਕਰਕੇ ਪੁੱਛਦਾ ਵੀ ਇਹਨਾਂ ਕੀ ਕਰਮ ਸ਼ੁਰੂ ਕੀਤਾ ਨਵਾਂ। ਹੁਣ ਆਪਣੇ ਵਿਚਾਰ ਤਾਂ ਉਹਨਾਂ ਬਣਾਉਣੇ ਨੇ, ਨਾਲ ਦੂਸਰੇ ਜੀਵਾਂ ਨੂੰ ਵੀ ਵਿਚਾਰਾਂ ਵਿੱਚ ਲੈ ਜਾਂਦੇ ਨੇ, ਫੁਰਨਿਆਂ ਵਿੱਚ ਲੈ ਜਾਂਦੇ ਨੇ। ਇਸ ਕਰਕੇ ਜੇ ਉਹ ਵੀ ਚਾਹੀਦਾ ਤਾਂ ਜ਼ਰੂਰ ਆਪਣਾ ਜਿਹਦੇ ਮਨ ਵਿੱਚ ਵੀ ਇਹ ਸ਼ੰਕਾ ਹੈ, ਉਹ ਜ਼ਰੂਰ ਆਪਣਾ ਕੰਟੈਕਟ ਨੰਬਰ ਦਿਓ। ਅਤੇ ਜੋ ਵੀ ਜੇ ਆਪਾਂ ਕੋਈ ਸੂਈ ਵੀ ਖਰੀਦਾਂਗੇ ਤਾਂ ਆਪਾਂ ਜ਼ਰੂਰ ਦੱਸਾਂਗੇ ਵੀ ਕਿਵੇਂ ਖਰੀਦੀ ਆਪਾਂ ਘਰ ਦੇ ਵਿੱਚ। ਇਹ ਮਨ ਦੇ ਵਿੱਚ ਭਰਮ ਨਾ ਰੱਖੀਏ, ਨਾ ਆਪਾਂ ਵਿਚਾਰਾਂ ਵਿੱਚ ਜਾਈਏ, ਨਾ ਕਿਸੇ ਨੂੰ ਜਾਣ ਦਈਏ। ਕਿਰਪਾ ਕਰੋ, ਮਹਾਂਪੁਰਖਾਂ ਨੇ ਆਪਾਂ ਨੂੰ ਧਿਆਨ ਸੱਚ ਵਿੱਚ ਲਾਉਣ ਵਾਸਤੇ ਕਿਹਾ, ਸ਼ਬਦ ਵਿੱਚ ਲਾਉਣ ਵਾਸਤੇ ਕਿਹਾ। ਅਤੇ ਜੇ ਸ਼ਬਦ ਵਿੱਚ ਧਿਆਨ ਲਾ ਲਾਂਗੇ, ਜਨਮ ਮਰਨ ਆਪਣਾ ਖੰਡਨ ਕਰ ਲਾਂਗੇ। ਅਤੇ ਮੇਰੇ ਵਿੱਚ ਧਿਆਨ ਲਾਉਣ ਨਾਲ ਤੁਹਾਨੂੰ ਮਿਲਣਾ ਕੁਛ ਨਹੀਂ। ਜੇ ਤੁਹਾਡਾ ਧਿਆਨ ਹੀ ਮੇਰੇ ਵਿੱਚ ਰਿਹਾ ਵੀ ਕੀ ਕਰਦੇ ਨੇ, ਕਿੱਥੇ ਰਹਿੰਦੇ ਨੇ, ਕਿਵੇਂ ਰਹਿੰਦੇ ਨੇ, ਅਤੇ ਆਪਣਾ ਇਹ ਜਿਹੜੇ ਸਵਾਸ ਨੇ ਬੜੇ ਕੀਮਤੀ ਨੇ, ਤੁਸੀਂ ਉਵੇਂ ਆ ਕੇ ਭਾਵੇਂ ਮਹੀਨੇ ਬਾਅਦ 2 ਮਹੀਨਿਆਂ ਬਾਅਦ ਪੁੱਛ ਲਿਆ ਕਰੋ ਇੱਕੋ ਵਾਰੀ ਸਾਰਾ। ਇਹ ਸਾਰੇ ਗੁਰਮੁਖਾਂ ਦੇ ਚਰਨਾਂ ਵਿੱਚ ਬੇਨਤੀ, ਆਓ ਆਪਾਂ ਉਹ ਕਰਮ ਕਰੀਏ ਜਿਹੜਾ ਕਰਮ ਕਰਕੇ ਆਪਾਂ ਇਹ ਵਿਚਾਰਾਂ ਤੋਂ ਰਹਿਤ ਹੋ ਜਾਈਏ, ਭਰਮ ਤੋਂ ਰਹਿਤ ਹੋ ਜਾਈਏ। ਅਤੇ ਅੱਜ ਆਪਾਂ ਥੋੜ੍ਹਾ ਜਿਹਾ ਮਹਾਂਪੁਰਖਾਂ ਦੇ ਬਚਨ ਵੀ ਸੁਣਨੇ ਨੇ, ਅਤੇ ਆਪਾਂ ਦੇਖਣਾ ਜਿਹੜੇ ਗੁਰਮੁਖ ਮਹਾਂਪੁਰਖਾਂ ਦਾ ਨਾਮ ਲੈਂਦੇ ਨੇ, ਉਹ ਬਚਨਾਂ 'ਤੇ ਕਿੰਨਾ ਕੁ ਉਹਨਾਂ 'ਤੇ ਪਹਿਰਾ ਦੇ ਰਹੇ ਨੇ। ਜਿਹੜੇ ਉਹਨਾਂ ਦਾ ਨਾਮ ਵਰਤਦੇ, ਕਿਉਂਕਿ ਆਪਾਂ ਕੋਈ ਵੀ ਗੁਰਮੁਖ ਹੈ ਨਾ, ਸਾਰੇ ਆਪਾਂ ਪੂਰੇ ਕਹਾਂਗੇ ਆਪਣੇ ਆਪ ਨੂੰ, ਮੈਂ ਵੀ ਪੂਰਾ ਹਾਂ।
ਅਧੂਰਾ ਕੋਈ ਨਹੀਂ। ਲੇਕਿਨ ਅਸਲੀ ਆਪਾਂ ਨੂੰ ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਪੂਰਨ ਕੌਣ ਆ? ਜਿਨ੍ਹਾਂ ਨੇ ਆਪਣੇ ਅੰਦਰੋਂ ਦੁਬਦਾ ਦਵੈਤ ਨੂੰ ਖਤਮ ਕਰ ਲਿਆ। ਉਹ ਸੂਰਮਾ ਵੀ ਹੈ ਤੇ ਉਹਨੂੰ ਪੂਰਾ ਵੀ ਕਿਹਾ ਗੁਰਬਾਣੀ ਦੇ ਵਿੱਚ। ਪੰਜਵੇਂ ਪਾਤਸ਼ਾਹ ਆਪਾਂ ਨੂੰ ਕਹਿੰਦੇ ਜੋ ਇਸ ਮਾਰੈ ਸੋਈ ਸੂਰਾ, ਜੋ ਇਸ ਮਾਰੈ ਸੋਈ ਪੂਰਾ। ਤੇ ਆਓ ਪਹਿਲਾਂ ਆਪਾਂ ਮਹਾਂਪੁਰਖਾਂ ਦੇ ਬਚਨ ਸਾਰੇ ਸਰਵਣ ਕਰੀਏ। ਜੇ ਤਾਂ ਉਹ ਗੁਰਮੁਖ ਨਾਮ ਲੈ ਰਹੇ ਨੇ ਮਹਾਂਪੁਰਖਾਂ ਦਾ, ਵੀ ਉਹਨਾਂ ਦੇ ਬਚਨਾਂ ਨੂੰ ਕਮਾ ਰਹੇ ਨੇ, ਫਿਰ ਤਾਂ ਆਪਾਂ ਜ਼ਰੂਰ। ਤੇ ਹਾਸੋਹੀਣੀ ਗੱਲ ਉਦੋਂ ਹੋ ਜਾਂਦੀ ਹੈ ਵੀ ਇੱਕ ਜਿਨ੍ਹਾਂ ਨੇ ਸੱਚ ਦਾ ਵੀ ਗਿਆਨ ਲਿਆ, ਮਹਾਂਪੁਰਖਾਂ ਦਾ ਸੰਗ ਕਰਕੇ ਸ਼ਬਦ ਦਾ ਅਭਿਆਸ ਵੀ ਕੀਤਾ, ਹੁਣ ਸੱਚ ਦਾ ਵੀ ਗਿਆਨ ਹੋਵੇ ਤੇ ਆਪਾਂ ਮਿਲਣਾ ਸੱਚ ਨੂੰ ਹੀ, ਨਿਰੰਕਾਰ ਦਾ ਇਹਦਾ ਹੀ ਭੇਤ ਲੈਣਾ ਆਪਾਂ। ਦੂਸਰਾ ਆਪਾਂ ਉਹਨਾਂ ਦੇ ਹੁਕਮ ਦੇ ਵਿੱਚ ਰਹਿਣਾ, ਜਿਹੜਾ ਸ਼ਬਦ ਨਾਮ ਅਸੀਂ ਸੁਣਦੇ ਹਾਂ। ਸੱਚ ਤੋਂ ਪਰਾਂ ਆਪਾਂ ਕਿਸ ਨੂੰ ਮਿਲਣਾ ਆ? ਨਿਰੰਕਾਰ ਤੋਂ ਅੱਗੇ ਜਾ ਕੇ ਆਪਾਂ ਕਿਹੜੀ ਖੋਜ ਕਰਨੀ ਹੈ? ਤੇ ਐਸੇ ਗੁਰਮੁਖ ਪਿਆਰੇ ਵੀ ਨੇ ਸਾਡੇ, ਜਿਹੜੇ ਉਹਨਾਂ ਗੁਰਮੁਖਾਂ ਨੂੰ ਜਾ ਕੇ ਪੁੱਛਦੇ ਜਿਨ੍ਹਾਂ ਮਹਾਂਪੁਰਖਾਂ ਦਾ ਇੱਕ ਦਿਨ ਸੰਗ ਵੀ ਨਹੀਂ ਕੀਤਾ, ਜਿਨ੍ਹਾਂ ਨੇ ਮਹਾਂਪੁਰਖਾਂ ਦਾ ਸੰਗ ਨਹੀਂ ਕੀਤਾ। ਨਾ ਸੰਗ ਕਰਦਿਆਂ ਹੋਇਆਂ ਜੋ ਮਹਾਂਪੁਰਖਾਂ ਨੇ ਆਪਾਂ ਨੂੰ ਸਾਰਾ ਇਹ ਗਿਆਨ ਲਿਖ ਕੇ ਦਿੱਤਾ ਹੈ, ਉਸ ਮੁਤਾਬਕ ਅੱਗੇ ਦੱਸਦਿਆਂ ਹੋਇਆਂ, ਤੇ ਉਹ ਜੀਵ ਜਾ ਕੇ ਉਹਨਾਂ ਨੂੰ ਪੁੱਛਦੇ ਵੀ ਸਾਨੂੰ ਦੱਸੋ ਗਿਆਨ ਕਿਹੜਾ? ਮੈਨੂੰ ਸਮਝ ਨਹੀਂ ਆਉਂਦੀ ਵੀ ਗਿਆਨ ਇਹਦੋਂ ਅੱਗੇ ਆਪਾਂ ਕਿਹੜਾ ਲੈਣਾ ਹੈ। ਇਸ ਕਰਕੇ ਆਓ ਸਭ ਤੋਂ ਪਹਿਲਾਂ ਆਪਾਂ ਮਹਾਂਪੁਰਖਾਂ ਦੇ ਬਚਨ ਸਾਰੇ ਸਰਵਣ ਕਰੀਏ, ਜੋ ਉਹਨਾਂ ਨੇ ਇਸ ਸੰਸਾਰ ਦੇ ਵਿੱਚ ਆ ਕੇ ਸਾਨੂੰ ਸੁੱਖ ਦਿੱਤਾ, ਸਾਨੂੰ ਗਿਆਨ ਦਿੱਤਾ, ਸਾਨੂੰ ਆਨੰਦ ਦਿੱਤਾ, ਉਸ ਮੁਤਾਬਕ। ਤੇ ਆਪਣੇ ਕਿਸੇ ਦੇ ਮਨ ਦੇ ਵਿੱਚ ਵੀ ਇਹ ਨਹੀਂ ਜਿਹੜਾ ਸਾਨੂੰ ਸੁੱਖ ਮਿਲ ਰਿਹਾ, ਜਿਹੜਾ ਮਹਾਂਪੁਰਖਾਂ ਦਾ ਸਾਨੂੰ ਆਨੰਦ ਮਿਲ ਰਿਹਾ, ਜੋ ਉਹਨਾਂ ਦਾ ਸੰਗ ਰਹਿ ਕੇ ਉਹ ਆਨੰਦ, ਉਹ ਖੁਸ਼ੀ, ਉਹ ਖੇੜਾ ਵੀ ਇਹ ਸਾਡੇ ਤੋਂ ਖੁਸ਼ ਜੇ। ਇਹ ਮਹਾਂਪੁਰਖਾਂ ਦਾ ਖੇਲ ਹੁੰਦਾ ਆ। ਹੁਕਮ ਦੇ ਵਿੱਚ ਹੁੰਦੇ ਨੇ, ਭਾਣੇ ਦੇ ਵਿੱਚ ਹੁੰਦੇ ਨੇ। ਉਹ ਇਹ ਸਰੀਰ ਕਰਕੇ ਭਾਵੇਂ ਚਲੇ ਇੱਥੋਂ ਸੰਸਾਰ ਦੇ ਵਿੱਚ ਸਰੀਰ ਛੱਡ ਦਿੱਤਾ ਉਹਨਾਂ ਨੇ, ਸੱਚ ਨਿਰੰਕਾਰ ਦਾ ਰੂਪ ਹੋ ਗਏ, ਪਰ ਫਿਰ ਵੀ ਮਨ ਲੋਚਦਾ ਵੀ ਸਰੀਰਕ ਰੂਪ ਵਿੱਚ ਹੀ ਉਹਨਾਂ ਦੇ ਦਰਸ਼ਨ ਹੋਣ, ਦ੍ਰਿਸ਼ਟਮਾਨ ਰੂਪ ਵਿੱਚ ਵੀ ਉਹਨਾਂ ਦੇ ਦਰਸ਼ਨ ਹੋਣ। ਇਸ ਕਰਕੇ ਜਿਹੜਾ ਇਹ ਮਨ ਦੇ ਵਿੱਚ ਕੋਈ ਵੀ ਭਰਮ ਭੁਲੇਖਾ ਇਹ ਆਪਾਂ ਨਹੀਂ ਰੱਖਣਾ। ਸਾਰਿਆਂ ਨੇ, ਸਾਰਾ ਪਰਿਵਾਰ ਆਪਣਾ ਇੱਕ ਜਿਹੜਾ ਉਹਨਾਂ ਨੇ ਗਿਆਨ ਦਿੱਤਾ ਉਸ ਨੂੰ ਆਪਾਂ ਅੱਗੇ ਲੈ ਕੇ ਚੱਲਣਾ ਹੈ। ਤੇ ਕੀ ਮਹਾਂਪੁਰਖਾਂ ਨੇ ਆਪਾਂ ਨੂੰ ਉਪਦੇਸ਼ ਕੀਤੇ, ਆਓ ਪਹਿਲਾਂ ਉਹ ਸਰਵਣ ਕਰੀਏ, ਫਿਰ ਆਪਾਂ ਸਾਰੇ ਉਹਨਾਂ ਦੇ ਬਚਨਾਂ ਨੂੰ ਕਮਾਵਾਂਗੇ। ਬੜੇ ਧਿਆਨ ਦੇ ਨਾਲ ਆਪਾਂ ਸਰਵਣ ਕਰਨਾ। ਉਹ ਜਿੰਨਾ ਚਿਰ ਗੁਰਮੁਖ ਆਪਾਂ ਨੂੰ ਸੁਣਾਉਂਦੇ ਨੇ, ਆਪਾਂ ਸਾਰੇ ਸ਼ਬਦ ਦਾ ਅਭਿਆਸ ਕਰੀਏ। ਸਾਰੇ ਕਰੋ ਸ਼ੁਰੂ ਜੀ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਰੇ ਜਿਹੜੇ ਨੇ ਗੁਰਮੁਖ ਤੇ ਤੁਸੀਂ ਆਪਣਾ ਸਾਰਾ ਪਰਿਵਾਰ ਅੱਜ ਇੱਥੋਂ ਜਾਣ ਤੋਂ ਬਾਅਦ ਵੀ, 31 ਤੋਂ ਇੱਥੋਂ ਜਾਣ ਤੋਂ ਬਾਅਦ ਵੀ ਇਹ ਤੁਹਾਡਾ ਘਰ ਹੈ। ਐਸੇ ਸਮਝਣਾ ਕਿ ਤੁਸੀਂ ਜਿੱਥੇ ਜਾ ਰਹੇ ਹੋ ਪਰਿਵਾਰ ਦੇ ਵਿੱਚ, ਇਹ ਤੁਹਾਡਾ ਨਵਾਂ ਜਨਮ ਹੋਇਆ। ਇਸ ਕਰਕੇ ਇਸ ਘਰ ਨਾਲ ਸੰਪਰਕ ਰੱਖਣਾ ਹੈ। ਜਿਵੇਂ ਬੱਚਾ ਬਾਹਰ ਜਾਂਦਾ ਤੇ ਫਿਰ ਵਾਪਸ ਘਰ ਆ ਜਾਂਦਾ, ਇਸੇ ਤਰ੍ਹਾਂ ਵੀ ਜਦੋਂ ਜ਼ਰੂਰਤ ਪਏ ਤੁਹਾਨੂੰ ਮੈਸੇਜ ਭੇਜਿਆ ਜਾਏ, ਤੁਸੀਂ ਇੱਥੇ ਵਾਪਸ ਘਰ ਪਹੁੰਚਣਾ ਹੈ। ਔਰ ਜਦੋਂ ਵੀ ਪ੍ਰਚਾਰ, ਜੇ ਇੱਥੇ ਕੋਈ ਟੈਲੀਫੋਨ ਕਰਦਾ ਹੈ ਵੀ ਸਾਡੇ ਇਲਾਕੇ ਵਿੱਚ ਪ੍ਰਚਾਰਕ ਭੇਜੋ,
ਤੇ ਉਹਨਾਂ ਨੂੰ ਸੰਪਰਕ ਕਰਕੇ ਉਸ ਇਲਾਕੇ ਵਿੱਚ ਦੱਸਿਆ ਜਾਏਗਾ ਕਿ ਉੱਥੇ ਜਾ ਕੇ ਪ੍ਰਚਾਰ ਕਰੋ। ਸੋ ਇਸੇ ਤਰ੍ਹਾਂ ਹੀ ਇਹ ਪਰਿਵਾਰ ਆਪਣਾ ਮਹਾਰਾਜ ਸੱਚੇ ਪਾਤਸ਼ਾਹ ਵਿਛੜਿਆਂ ਨੂੰ ਮਿਲਾਇਆ ਤੇ ਸਦੀਵ ਹੀ ਇਸੇ ਰਹਿਣਾ ਇੱਕ ਪਰਿਵਾਰ ਦਾ ਸੰਯੋਗ ਜਿਵੇਂ ਹੁੰਦਾ ਹੈ। ਆਪਾਂ ਸਭ ਤੋਂ ਨਜ਼ਦੀਕੀ ਪਰਿਵਾਰ ਹਾਂ, ਜਿਨ੍ਹਾਂ ਦਾ ਗੁਰੂ ਘਰ ਦੇ ਜਨਮ ਹੋਇਆ ਤੇ ਜਿਨ੍ਹਾਂ ਨੇ ਸੰਗਤ ਕੀਤੀ। ਇਸ ਕਰਕੇ ਇਹ ਸਾਰਾ ਖੇਲ ਆਪਾਂ ਸਮਝਿਆ ਪਿਆਰ ਦਾ ਖੇਲ ਹੈ। ਇਸ ਪਿਆਰ ਨੂੰ ਅਖੀਰਲੇ ਸਵਾਸ ਤੱਕ ਨਿਭਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। खेल है, इस खेल में चंगी तरह समझना, जे ना समझ लगे मौके आ जाए। गुरमुख प्यारे हो, ये जो अपना गुरुद्वारा ब्रह्म मिलने का चाव है, जिथों अपन ब्रह्म का ज्ञान दिता जा रहा है, ये रोली रोड मोगा स्थित है। इत्थे किसी दिन सारी दुनिया का, सारे वर्ल्ड का एक खोज केंद्र बनेगा। सो आप सारे परिवार ने इस तरीके दे नाल जिहड़ा ज्ञान महापुरखों ने आपां नूं बख्शिश कीता है, घर तो आपां सारिਆਂ ने पिंड पिंड विच शहर शहर विच जाके लिजाना, हरेक घर दे विच लैके जाना, ताकि सतगुरु दी बाणी दा ज्ञान गुरमुख जन जो महापुरख आपां नूं समझाया उस नूं लैके अपने जीवन दा लाहा लैण। सो जिहड़ा इस अस्थान की सेवा का जो ये बख्शिश की है, ये सारे गुरमुखां ने आप जिहड़ा ये सानू सेवा दिती, तो जे किसी के मन दे विच है भी वधिया तरीके नाल कर सकते हैं तो आपां नूं इतराज़ नहीं, आपां सेवादार बन के चलण नूं तैयार हैं। लेकिन आपां देखना आप गुरमुख जन जिहड़े जिन्हां ने आप सेवा ते आपां नूं लाया, आप सानू ये सेवा जिहड़ी बख्शिश कीती है, वो भी आपां सारे परिवार ने देखना भी सारे गुरमुखां दे परिवार दे संयोग दे नाल आपां चल रहे सारे। फिर भी जे किसी गुरमुख दे मन विच है कि वधिया तरीके नाल चला सकते हैं तो वो भी आपां नूं कोई इतराज़ नहीं। आपां सेवादार जो गुरमुखां ने आपां नूं झाड़ूदार जिहड़ा बरदार बनाया उस मुताबिक आपां कर सकते हैं। आओ भी आपां देख लीए थोड़ा जिहा, फिर उस तो बाद आपां सो गुरमुख प्यारे सारिਆਂ ਦੇ ਚਰਨਾਂ ਵਿੱਚ ਬੇਨਤੀ है, महापुरखों ने आपां नूं सतगुर दी बाणी नाल जोड़दिया होया जो आपां नूं एक घर बख्शिश कीता, जे अस्थान बख्शिश कीता है, जिंदे विच आपां रह के जीवन की जांच नूं सिख सकते हैं। शब्द का अभ्यास करके उस मालिक निरंकार दे नाल भेद हो सकते हैं, क्योंकि जदों आपां अभ्यास करांगे जिहड़ा ये महापुरखों ने कारज आरंभिया कि शब्द का अभ्यास करके फिर गुरु की मत अनुसार अमर की दात प्राप्त करनी, सच निरंकार का भेद लैना, फिर 1 साल रह के इसनूं दृढ़ करना। सो केवल अपना एक ही स्थान जो उन्होंने बख्शिश किया, होर कोई भी ब्रांच नहीं गुरुद्वारा ब्रह्म मिलने का चाहती। जे कोई आपां नूं भुलेखे विच पाउंदा, भरम दे विच पाउंदा, आपां भरम दे विच नहीं पैना। कोशिश करनी सारे परिवार ने वध तो वध जो साहिब श्री गुरु ग्रंथ साहिब महाराज की बाणी का ज्ञान महापुरखों ने आपां नूं समझाया उसनूं दृढ़ करना है, घर घर दे विच पहुँचाउणा। ते इस कारण आपां सदा संबंध रखना, सदा परिवार विच बैठ के आपां शब्द की कमाई करनी। आओ किस तरीके दे नाल आपां अपने जीवन का लाहा ले सकते हैं, आपां हुण शब्द का अभ्यास करिए ताकि
ਸਾਡੇ ਮਨ ਦੇ ਵਿੱਚ ਦੁਬਿਧਾ ਈਰਖਾ ਨਾ ਕਿਸੇ ਪ੍ਰਤੀ ਰਹਿ ਜੇ, ਕਿਉਂਕਿ ਇੰਨੀ ਵਾਰੀ ਆਪਾਂ ਦੇਖਦੇ ਹਾਂ ਗੁਰੂ ਇਤਿਹਾਸ ਵਿੱਚ ਵੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ 'ਤੇ ਕਿਰਪਾ ਕੀਤੀ, ਮਿਹਰ ਕੀਤੀ, ਅਤੇ ਮਨ ਵਿੱਚ ਦੁਬਿਧਾ ਈਰਖਾ ਆ ਗਈ, ਤ੍ਰਿਸ਼ਨਾ ਕਰਕੇ, ਹਉਮੈ ਹੰਕਾਰ ਕਰਕੇ ਪ੍ਰਿਥੀ ਚੰਦ ਜੀ ਦੇ ਉਹਨਾਂ ਦੇ, ਅਤੇ ਉਹਨਾਂ ਨੇ ਕਿਵੇਂ ਦੁਬਿਧਾ ਵਿੱਚ ਚਲੇ ਗਏ। ਕਿੰਨਾ ਬੰਦਾ ਈਰਖਾ ਵਿੱਚ ਚਲਾ ਜਾਂਦਾ ਹੈ ਕਿ ਉਹਨਾਂ ਦੇ ਸਾਹਿਬਜ਼ਾਦੇ ਨੂੰ ਖਤਮ ਕਰਨ ਦੇ ਪੂਰੇ ਯਤਨ ਕੀਤੇ, ਕਈ ਤਰ੍ਹਾਂ ਦੀਆਂ ਸਜ਼ਾਵਾਂ ਦਿਵਾਉਣ ਦੇ ਯਤਨ ਕੀਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਮਾਨਸ ਜਨਮ ਵਾਰ-ਵਾਰ ਨਹੀਂ ਸਾਨੂੰ ਮਿਲਦਾ ਹੈ, ਅਤੇ ਮਹਾਰਾਜ ਸਾਨੂੰ ਸਮਝਾਉਂਦੇ ਆ, ਮਰਨ ਲਿਖਾਏ ਮੰਡਲ ਮੈਂ ਆਏ, ਜਨਮ ਪਦਾਰਥ ਦੁਬਿਧਾ ਖੋਵੈ, ਆਪ ਨਾ ਚੀਨਸ ਭਰਮ ਭਰਮ ਰੋਵੈ। ਆਪਣੇ ਆਪ ਦੀ ਜੇ ਪਹਿਚਾਣ ਨਹੀਂ ਕਰਦੇ, ਆਪਣੇ ਆਪ ਦਾ ਭੇਤ ਨਹੀਂ ਲੈਂਦੇ, ਦੂਸਰੇ ਦਾ ਭੇਤ ਲਈ ਜਾਂਦੇ, ਫਿਰ ਪਾਤਸ਼ਾਹ ਕਹਿੰਦੇ ਸਾਡੇ ਰੋਣਾ ਪੱਲੇ ਪੈ ਜਾਂਦਾ, ਭਰਮ ਦੇ ਵਿੱਚ ਰਹਿੰਦੇ ਹਾਂ। ਆਓ ਜਿਹੜਾ ਇਹ ਸੰਸਾਰ ਆ ਜਿਹਦੇ ਵਿੱਚ ਆਪਾਂ ਇਸ ਨੂੰ ਕਿਵੇਂ ਪਾਰ ਕਰਨਾ, ਕਿਵੇਂ ਆਪਾਂ ਆਪਣੇ ਜੀਵਨ ਦਾ ਲਾਹਾ ਲੈਣਾ, ਸਾਰੇ ਆਪਾਂ ਰਲ ਕੇ ਸ਼ਬਦ ਦਾ ਅਭਿਆਸ ਕਰੀਏ, ਸ਼ਬਦ ਦੀ ਕਮਾਈ ਕਰੀਏ ਜੀ।